ਵਾਰ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਦਾ ਅਰਥ ਹੈ ਜਿਸ ਦੇ ਕੋਲ ਗੁਰੂ ਦੀ ਸਿੱਖਿਆ ਹੈ, ਗੁਰੂ ਦੀ ਮੱਤ ਹੈ। ਅੰਮ੍ਰਿਤ ਬਚਨ ਆਪਾਂ ਦਾਤੇ ਦਾ ਪੜ੍ਹਦੇ ਹਾਂ, ਸਿੱਖੀ ਸਿੱਖਿਆ ਗੁਰ ਵਿਚਾਰ। ਜਿਸ ਕੋਲ ਗੁਰੂ ਦੀ ਵਿਚਾਰ ਹੈ, ਸਤਿਗੁਰੂ ਦੀ ਮੱਤ ਹੈ, ਗੁਰੂ ਦੀ ਨਜ਼ਰ ਦੇ ਵਿੱਚ ਉਹੀ ਸਿੱਖ ਹੈ। ਹੁਣ ਯਾਦ ਰੱਖਣਾ, ਸਿੱਖ ਦੇ ਜੀਵਨ ਵਿੱਚ ਗੁਰੂ ਦੇ ਗੁਣ ਹੋਣੇ ਚਾਹੀਦੇ ਨੇ ਤੇ ਉਹਨਾਂ ਸਾਰਿਆਂ ਬੇਅੰਤ ਅਨੇਕਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦਾ ਆਪਾਂ ਅੱਜ ਇੱਥੇ ਰਲ ਮਿਲ ਕੇ ਵਿਚਾਰਾਂ ਦੇ ਰੂਪ ਦੇ ਵਿੱਚ ਖੁਲਾਸਾ ਕਰਨਾ ਹੈ, ਸਮਝਣ ਦਾ ਯਤਨ ਕਰਨਾ ਹੈ। ਉਹ ਗੁਣ ਹੈ ਭਰੋਸੇ ਦਾ, ਵਿਸ਼ਵਾਸ ਦਾ। ਸਿੱਖ ਇਕੱਲੇ ਕੱਪੜਿਆਂ ਦਾ ਨਾਮ ਨਹੀਂ, ਕਿਸੇ ਜਾਤ ਸ਼੍ਰੇਣੀ ਦਾ ਨਾਮ ਨਹੀਂ। ਸਿੱਖ ਕੇਵਲ ਵਿਖਾਵੇ ਦਾ ਨਾਮ ਨਹੀਂ। ਸਿੱਖ ਹੈ ਜਿਸ ਕੋਲ ਗੁਰੂ ਦੀ ਮੱਤ ਸਿੱਖਿਆ ਹੈ ਅਤੇ ਨਾਲ ਜਿਸ ਦੇ ਕੋਲ ਆਪਣੇ ਮੁਰਸ਼ਿਦ ਦਾ, ਗੁਰੂ ਦਾ ਭਰੋਸਾ ਵੀ ਹੈ ਦਿਲ ਵਿੱਚ, ਜੀਵਨ ਵਿੱਚ। ਆਪਾਂ ਰੋਜ਼ਾਨਾ ਸੰਗਤ ਜੀ ਅਰਦਾਸ ਦੇ ਵਿੱਚ, ਹੁਣ ਵੀ ਭਾਈ ਸਾਹਿਬ ਨੇ ਆਪਾਂ ਨੂੰ ਬਚਨ ਚੇਤੇ ਕਰਵਾਏ ਨੇ। ਦੁਨੀਆ ਭਰ ਦੇ ਵਿੱਚ ਯਾਦ ਰੱਖਿਓ, ਬੈਠਾ ਹੋਇਆ ਸਿੱਖ ਜਦੋਂ ਵੀ ਅਰਦਾਸ ਵਿੱਚ ਖੜਦਾ ਹੈ ਤੇ ਸਾਨੂੰ ਅਰਦਾਸੀਆ ਸਿੰਘ ਚੇਤੇ ਕਰਵਾਉਂਦਾ ਹੈ, ਸਿੱਖਾਂ ਨੂੰ ਸਿੱਖੀ ਦਾਨ ਕਰਿਓ ਜੀ ਕਿਰਪਾ ਸਾਰੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ ਤੇ ਅਗਲਾ ਸ਼ਬਦ ਹੈ ਭਰੋਸਾ ਦਾਨ। ਹੁਣ ਵਿਸਾਹ ਤੇ ਭਰੋਸਾ ਇਹ ਸ਼ਬਦ ਤਾਂ ਬਾਹਰੀ ਰੂਪ ਵਿੱਚ ਸੁਣਦਿਆਂ ਬਰਾਬਰ ਹੀ ਨੇ, ਸਮਾਨ ਮਾਤਰਾ ਵਿੱਚ ਨੇ, ਪਰ ਇਹਨਾਂ ਦਾ ਅਰਥ ਬੜਾ ਵੱਡਾ ਹੈ। ਸਿੱਖ ਕੋਲ ਆਪਣੇ ਗੁਰੂ ਦਾ ਵਿਸ਼ਵਾਸ ਹੋਵੇ, ਕੱਲਾ ਵਿਸ਼ਵਾਸ ਨਾ ਹੋਵੇ, ਸਾਹਿਬ ਕਹਿਣ ਲੱਗੇ ਇੰਨਾ ਵਿਸ਼ਵਾਸ ਹੋਵੇ ਕਿ ਪ੍ਰਮਾਤਮਾ ਮੇਰੇ ਹਰ ਵੇਲੇ ਨਾਲ ਹੈ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਕਿਹਾ ਵਿਸਾਹ ਦਾਨ ਤੇ ਨਾਲ ਭਰੋਸਾ ਦਾਨ ਸ਼ਬਦ ਵਰਤਿਆ ਵੀ ਕੱਲਾ ਵਿਸ਼ਵਾਸ ਨਾ ਹੋਵੇ, ਫਿਰ ਭਰੋਸਾ ਇੰਨਾ ਜ਼ਿਆਦਾ ਹੋਵੇ ਵੀ ਮੇਰੇ ਨਾਲ ਤਾਂ ਹਰ ਵੇਲੇ ਪ੍ਰਮਾਤਮਾ ਹੈ, ਮੈਂ ਤਾਂ ਹਰ ਵੇਲੇ ਗੁਰੂ ਦੇ ਨਾਲ ਰਹਿਣ ਵਾਲਾ ਹਾਂ, ਗੁਰੂ ਮੇਰੇ ਨਾਲ ਚੱਲਣ ਵਾਲਾ ਹੈ। ਇੰਨਾ ਵਿਸ਼ਵਾਸ ਸਾਡੇ ਅੰਦਰ ਹੋਣਾ ਚਾਹੀਦਾ ਹੈ। ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਤੇ ਅਖੀਰ ਤੇ ਕਹਿ ਦਿੱਤਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਹੁਣ ਧਰਮ ਦਾ ਜੈਕਾਰ ਸਿੱਖ ਦੀ ਜ਼ਿੰਦਗੀ ਦੇ ਵਿੱਚੋਂ ਦਿਸਣਾ ਹੈ। ਯਾਦ ਰੱਖਿਓ, ਚੌਂਕੀਆਂ ਝੰਡੇ ਬੁੰਗਿਆਂ ਦਾ ਇਤਿਹਾਸ ਬੜਾ ਵੱਡਾ ਹੈ। ਜਿਸ ਸਿੱਖ ਦੀ ਜ਼ਿੰਦਗੀ ਦੇ ਅੰਦਰ ਗੁਰੂ ਦੇ ਪ੍ਰਤੀ ਵਿਸ਼ਵਾਸ ਹੈ, ਗੁਰੂ ਦੀ ਮੱਤ ਹੈ, ਉਹਦਾ ਜੀਵਨ ਹੀ ਗੁਰੂ ਦਾ ਝੰਡਾ ਬਣ ਜਾਂਦਾ ਹੈ, ਉਹਦਾ ਜੀਵਨ ਹੀ ਗੁਰੂ ਦੀ ਨਿਸ਼ਾਨੀ ਬਣ ਜਾਂਦਾ ਹੈ। ਆ ਸਾਡੇ ਸਭਨਾਂ ਦੇ ਸਿਰਾਂ ਦੇ ਉੱਤੇ ਸੱਜੀਆਂ ਹੋਈਆਂ ਗੁਰੂ ਦੀਆਂ ਦਸਤਾਰਾਂ, ਗੁਰੂ ਦੇ ਕਕਾਰ ਜਿਹੜੇ ਅਸੀਂ ਧਾਰਨ ਕਰਦੇ ਹਾਂ, ਇਹ ਗੁਰੂ ਦੀ ਧਰਮ ਦੀ ਜੈ ਜੈਕਾਰ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਕਰਨੀ ਮੱਤ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਆਰੰਭ ਕਰ ਦਿੰਦੇ ਹਾਂ। ਪਾਤਸ਼ਾਹ ਦੇ ਬੜੇ ਪਿਆਰੇ ਬੋਲ ਨੇ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓਏ। ਫਿਰ ਗੁਰੂ ਧਰਮੀਆਂ ਦਾ ਜੈਕਾਰ ਕਰਾਉਂਦਾ ਹੈ। ਯਾਦ ਰੱਖਣਾ, ਗੁਰੂ ਨੇ ਸਾਨੂੰ ਭਰੋਸਾ ਦਿੱਤਾ ਹੈ ਜੀ। ਆਪਾਂ ਸੁਖਮਣੀ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਸ਼ਹੀਦਾਂ ਦੇ ਸਰਤਾਜ ਮੇਰੇ ਦਾਤਾ ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਬੜੀ ਵਾਰ ਪੜ੍ਹਦੇ ਹਾਂ, ਪਰ ਪਿਆਰਿਓ ਜਿੰਨਾ ਚਿਰ ਬਾਣੀ ਦੇ ਅਰਥਾਂ ਦਾ ਪਤਾ ਨਾ ਹੋਵੇ, ਗੁਰਬਾਣੀ ਦੀ ਵਿਚਾਰ ਦਾ ਹੀ ਸਮਝ ਨਾ ਹੋਵੇ, ਓਨਾ ਚਿਰ ਆਨੰਦ ਆਉਂਦਾ ਤਾਂ ਹੈ, ਪਰ ਓਨਾ ਆਨੰਦ ਨਹੀਂ ਆਉਂਦਾ ਜਿੰਨਾ ਗੁਰਮਤਿ ਦਾ ਆਉਣਾ ਚਾਹੀਦਾ ਹੈ। ਹੁਣ ਸਤਿਗੁਰੂ ਬੜੇ ਪਿਆਰੇ ਬਚਨਾਂ ਵਿੱਚ ਕਹਿ ਰਹੇ ਨੇ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ। ਹਿਰਦੇ ਦਾ ਅਰਥ ਕੀ ਹੈ ਜੀ? ਹਿਰਦਾ। ਜਿਸ ਦੇ ਹਿਰਦੇ ਵਿੱਚ ਗੁਰੂ ਦਾ ਵਿਸ਼ਵਾਸ ਆ ਗਿਆ। ਜਾਂ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਕਹਿਣ ਲੱਗੇ ਤਤ ਰੂਪੀ ਪਰਮਾਤਮਾ ਉਹਦੇ ਜੀਵਨ ਦੇ ਅੰਦਰ ਪ੍ਰਗਟ ਹੋ ਗਿਆ ਪਿਆਰ ਵੱਲ। ਉਹਨੂੰ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ, ਪਰਮਾਤਮਾ ਖੁਦ ਉਹਦੇ ਜੀਵਨ ਨੂੰ ਆਪ ਧਾਰਨ ਕਰ ਲੈਂਦਾ ਹੈ।
ਜਿਹਦੀ ਜ਼ਿੰਦਗੀ ਦੇ ਅੰਦਰ ਰੱਬ ਜੀ ਦੇ ਪ੍ਰਤੀ ਭਰੋਸਾ ਤੇ ਵਿਸ਼ਵਾਸ ਪੈਦਾ ਹੋ ਜਾਵੇ। ਪਰ ਇੱਕ ਆਪਾਂ ਹੋਰ ਬਾਣੀ ਦੇ ਵਿੱਚੋਂ ਬਚਨ ਸਾਂਝਾ ਕਰਕੇ ਅੱਗੇ ਤੁਰਦੇ ਹਾਂ। ਸਤਿਗੁਰ ਨੇ ਬਚਨ ਕੀਤਾ, ਕਹਿਣ ਲੱਗੇ ਵੀ ਸਿੱਖ ਦਾ ਭਰੋਸਾ ਆਪਣੇ ਗੁਰੂ ਤੇ ਇਦਾਂ ਦਾ ਹੋਣਾ ਚਾਹੀਦਾ ਏ, ਚੇਤੇ ਰੱਖਿਓ, ਜਿੱਦਾਂ ਦਾ ਇੱਕ ਬੱਚੇ ਨੂੰ ਆਪਣੇ ਬਾਪ ਤੇ ਭਰੋਸਾ ਹੈ। ਹੁਣ ਬੱਚੇ ਦੀ ਤੇ ਬਾਪ ਦੀ ਸਾਂਝ ਨੂੰ ਕਿਤੇ ਨੇੜਿਓਂ ਹੋ ਕੇ ਵੇਖਣ ਦਾ, ਸਮਝਣ ਦਾ, ਪੜ੍ਹਨ ਦਾ ਯਤਨ ਕਰਨਾ। ਬੱਚਾ ਜਦੋਂ ਵੀ ਮੰਗਦਾ ਹੈ ਨਾ, ਵਿਸ਼ਵਾਸ ਨਾਲ ਆਪਣੇ ਬਾਪ ਤੋਂ ਮੰਗਦਾ ਹੈ, ਗਲ 'ਚ ਬਾਹਾਂ ਪਾ ਕੇ ਕਹਿੰਦਾ ਹੈ, ਪਿਤਾ ਜੀ ਮੈਂ ਆਹ ਚੀਜ਼ ਤੁਹਾਡੇ ਤੋਂ ਲੈਣੀ ਹੈ, ਮੈਨੂੰ ਇਹ ਚੀਜ਼ ਦਿਓ, ਤੁਸੀਂ ਮੈਨੂੰ ਦੇ ਸਕਦੇ ਹੋ। ਤੇ ਹਜ਼ੂਰ ਨੇ ਬਾਣੀ ਅੰਦਰ ਬਚਨ ਕਹਿ ਦਿੱਤਾ, ਜਿਉਂ ਬਾਲਕ ਪਿਤਾ ਉਪਰ ਕਰੇ ਬਹੁ ਮਾਣ। ਕਹਿਣ ਲੱਗੇ ਜਿਵੇਂ ਬਾਲਕ ਆਪਣੇ ਪਿਤਾ ਤੇ ਮਾਣ ਕਰਦਾ ਹੈ, ਬੁਲਾਇਆ ਬੋਲੀ ਗੁਰ ਕੈ ਭਾਣ। ਕਹਿੰਦੇ ਇਦਾਂ ਗੁਰੂ ਦੇ ਭਾਣੇ ਵਿੱਚ ਤੁਰਨਾ ਆਰੰਭ ਕਰਦੇ। ਮੰਗਤੇ ਦੀ ਕਿਤੇ ਜੀਵਨੀ ਦੇਖਣਾ, ਜਿਹੜਾ ਦਰ ਦਰ ਤੋਂ ਰੋਜ਼ ਮੰਗਦਾ ਹੈ। ਹੁਣ ਮੰਗਤੇ ਨੂੰ ਵੀ ਇੰਨਾ ਵਿਸ਼ਵਾਸ ਨਹੀਂ ਜੇ ਹੁੰਦਾ, ਆਉਂਦਾ ਤਾਂ ਹੈ ਦਰ ਤੇ, ਗ੍ਰਸਤੀ ਦੇ ਦਰ ਤੇ ਆਉਂਦਾ ਹੈ ਮੰਗਤਾ। ਪਰ ਇੱਕ ਗੱਲ ਭੁੱਲਿਓ ਨਾ, ਮੰਗਤੇ ਦੇ ਦਿਲ ਵਿੱਚ ਵੀ ਇਹ ਦੂਸਰੀ ਵਿਚਾਰ ਨਾਲ ਚੱਲਦੀ ਹੈ ਵੀ ਪਤਾ ਨਹੀਂ ਖੈਰ ਪੈਣੀ ਹੈ ਕਿ ਨਹੀਂ ਪੈਣੀ। ਇਦਾਂ ਹੀ ਹੁੰਦਾ ਹੈ ਨਾ ਜੀ। ਹੁਣ ਮੰਗਣ ਵਾਲਾ ਜਦੋਂ ਦਰਵਾਜ਼ੇ ਤੇ ਆ ਕੇ ਆਵਾਜ਼ ਦੇਵੇਗਾ, ਕਿਸੇ ਵੀ ਗ੍ਰਸਤੀ ਦੇ, ਸਾਡੇ ਘਰਾਂ ਦੇ ਦਰਵਾਜ਼ਿਆਂ ਤੇ ਆਵਾਜ਼ ਦਿੰਦਾ ਹੈ, ਤੇ ਮੰਗਤੇ ਦੇ ਅੰਦਰ ਦੋ ਤਰ੍ਹਾਂ ਦੀ ਵਿਚਾਰ ਚੱਲਦੀ ਹੈ ਵੀ ਜੇ ਖੈਰ ਪੈ ਗਈ ਤਾਂ ਵੀ ਭਲਾ, ਨਾ ਖੈਰ ਪਾਏਗੀ ਤਾਂ ਵੀ ਭਲਾ, ਕਿਉਂਕਿ ਇਹਨੇ ਵਿਸ਼ਵਾਸ ਨਾਲ ਨਹੀਂ ਉਹ ਆਉਂਦਾ। ਪਰ ਸਾਹਿਬ ਨੇ ਕਿਹਾ, ਸਿਖਾ ਆਪਣੇ ਗੁਰੂ ਦੇ ਦਰ ਤੇ ਇੰਝ ਆ ਵਿਸ਼ਵਾਸ ਕਰਕੇ ਜਿਵੇਂ ਬਾਲਕ ਆਪਣੇ ਪਿਤਾ ਦੇ ਕੋਲੋਂ ਭਰੋਸੇ ਦੇ ਨਾਲ ਮੰਗਦਾ, ਵਿਸ਼ਵਾਸ ਦੇ ਨਾਲ ਆਪਣੇ ਪਿਤਾ ਦੇ ਕੋਲ ਜੁੜ ਜਾਂਦਾ ਹੈ। ਫਿਰ ਸੁਣਨਾ ਬਚਨ ਹਜ਼ੂਰ ਦਾ, ਜਿਉਂ ਬਾਲਕ ਪਿਤਾ ਉਪਰ ਕਰੇ ਬਹੁ ਮਾਨ। ਮਾਨ ਸਾਡੇ ਕੋਲ ਮਾਨ ਕਿਹੜਾ ਹੋਣਾ ਚਾਹੀਦਾ ਹੈ ਜੀ? ਗੁਰੂ ਦੀ ਸਿੱਖੀ ਦਾ ਮਾਨ ਹੋਣਾ ਚਾਹੀਦਾ ਹੈ ਵੀ ਮੇਰਾ ਗੁਰੂ ਵੱਡਾ ਹੈ ਇਸ ਦੁਨੀਆ ਦੇ ਅੰਦਰ। ਮੁਆਫ ਕਰਨਾ, ਇੱਕ ਮੈਂ ਕੌੜੀ ਜੀ ਬੇਨਤੀ ਕਰਨ ਲੱਗਾ। ਮੈਨੂੰ ਪਤਾ ਤੁਸੀਂ ਸਿਆਣੇ ਹੋ, ਪੜ੍ਹੇ ਲਿਖੇ ਹੋ, ਸਮਝਦਾਰ ਹੋ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਆਪਾਂ ਜੁੜੇ ਹੋਏ ਆ। ਆਪਾਂ ਇਹ ਗੱਲ ਨੂੰ ਸਮਝਣਾ ਹੈ ਆਪਸ ਵਿੱਚ ਵੀ ਅੱਜ ਬਹੁਤ ਬੰਦੇ ਇਦਾਂ ਦੇ ਸਾਨੂੰ ਮਿਲ ਜਾਣਗੇ ਜਿਹੜੇ ਬੰਦਿਆਂ ਦੇ ਨਾਲ ਜੁੜੇ ਹੋਏ ਨੇ। ਕੋਈ ਕਹੇਗਾ ਮੈਂ ਕਿਸੇ ਪਾਰਟੀ ਦਾ ਸਿਪਾਹੀ ਆ, ਤੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਪਾਰਟੀ ਅਖੇ ਮਾਂ ਹੁੰਦੀ ਹੈ। ਪਾਰਟੀ ਮਾਂ ਨਹੀਂ ਹੈ, ਬਾਣੀ ਮਾਂ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਉ ਹਰ ਕੇ ਬਾਰਿਕ, ਸਹਿਜੇ ਸਹਿਜ ਖਲਾਏਂਦਾ, ਨਹੀਂ ਕਰਦਾ ਆਲਕ। ਜਿਹੜਾ ਮਾਲਕ ਹਰ ਵੇਲੇ ਪਾਲਦਾ ਹੈ, ਪਹਿਲੀ ਨਿਸ਼ਾਨੀ ਸਾਡੇ ਅੰਦਰ ਇਹ ਹੋਣੀ ਚਾਹੀਦੀ ਹੈ ਵੀ ਉਸ ਮਾਲਕ ਦੇ ਪ੍ਰਤੀ ਸਾਡੀ ਜ਼ਿੰਦਗੀ ਦੇ ਅੰਦਰ ਵਫਾਦਾਰੀ ਪੈਦਾ ਹੋ ਜਾਵੇ। ਮੈਂ ਇੱਕ ਛੋਟੀ ਜੀ ਸਾਖੀ ਕਹਿ ਕੇ ਅੱਗੇ ਤੁਰਾਂਗਾ, ਵਿਚਾਰ ਹੋਰ ਸਮਝਣੀ ਸੌਖੀ ਹੋ ਜਾਵੇਗੀ। ਭਰੋਸੇ ਦੀ ਬਾਤ ਆਪਾਂ ਪਾ ਰਹੇ ਹਾਂ, ਵਿਸ਼ਵਾਸ ਦੀ ਗੱਲ ਕਰ ਰਹੇ ਹਾਂ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਨਾਹਨ ਨਦੀ ਰਾਜੇ ਦੀ ਰਿਆਸਤ ਦੇ ਵਿੱਚ ਦੀਵਾਨ ਸਜਾ ਰਹੇ ਨੇ, ਅੰਮ੍ਰਿਤ ਵਰਖਾ ਕਰ ਰਹੇ ਨੇ। ਹਜ਼ੂਰ, ਦੁਨੀਆ ਦਾ ਮਾਲਕ ਮੇਰਾ ਸਤਿਗੁਰੂ ਸਿੱਖਾਂ ਦੇ ਸਮੇਤ ਆ। ਧਿਆਨ ਦੇਣਾ ਜੀ, ਜਮਨਾ ਦਰਿਆ ਦੇ ਕਿਨਾਰੇ ਕਲਗੀਆਂ ਵਾਲੇ ਤੁਰੇ ਜਾ ਰਹੇ ਨੇ। ਬੜੀ ਕਮਾਲ ਦੀ ਇਹਦੇ ਵਿੱਚੋਂ ਸਿੱਖਿਆ ਸਾਨੂੰ ਮਿਲੇਗੀ। ਹੁਣ ਗੁਰਦੇਵ ਪਾਤਸ਼ਾਹ ਕੁਝ ਨਾਲ ਸਿੱਖ ਨੇ, ਹਜ਼ੂਰੀ ਸਿੱਖ ਨੇ, ਜਮਨਾ ਦਰਿਆ ਦੇ ਕਿਨਾਰੇ ਕਿਨਾਰੇ ਸਾਹਿਬ ਤੁਰੇ ਜਾ ਰਹੇ ਨੇ। ਤੇ ਆਪਾਂ 10ਵੇਂ ਪਾਤਸ਼ਾਹ ਨੂੰ ਕੀ ਕਹਿੰਦੇ ਆ ਭੈਣੋ ਵੀਰੋ? ਚੋਜੀ ਪ੍ਰੀਤਮ। ਕੀ ਕਹਿੰਦੇ ਆ? ਬੋਲੋ ਜੀ, ਚੋਜੀ ਪ੍ਰੀਤਮ। ਦਸ਼ਮੇਸ਼ ਪਿਤਾ ਉਹ ਹਸਤੀ ਨੇ ਇਸ ਦੁਨੀਆ ਦੇ ਅੰਦਰ ਜਿਨ੍ਹਾਂ ਨੇ ਆਪਣਾ ਸਰਬੰਸ ਵੀ ਕੁਰਬਾਨ ਕੀਤਾ ਤੇ ਹੱਸਦਿਆਂ ਹੱਸਦਿਆਂ ਕੁਰਬਾਨ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦੱਸੀ ਨੂਰੇ ਨੇ, ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ। ਹੁਣ ਜ਼ਾਲਮ ਦੀ ਜੜ ਪੱਟੀ ਜਾਊ, ਇਉਂ ਹੱਸ ਕੇ ਬਚਨ ਉਚਾਰ ਗਿਆ,
ਧਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਪੰਥ ਤੋਂ ਵਾਰ ਗਿਆ। ਜੋਗਾ ਸਿੰਘ ਭਾਗੋਵਾਲੀਏ ਦੀਆਂ ਵੀਰ ਦਲਬੀਰ ਸਿੰਘ ਕਵੀਸ਼ਰ ਸ਼੍ਰੋਮਣੀ ਬੈਠੇ ਨੇ, ਪਤਾ ਹੈ ਇਹਨਾਂ ਨੂੰ ਸੱਜਣਾ ਦੀ ਦੁਨੀਆ ਵਿੱਚ ਉਹਨੂੰ ਕਿੰਨੇ ਸੋਹਣੇ ਸ਼ਬਦ ਉਹਨੇ ਲਿਖੇ ਨੇ। ਇਹ ਉਹਦੀ ਲਿਖਤ ਹੈ ਜੋਗਾ ਸਿੰਘ ਭਾਗੋਵਾਲੀਏ ਦੀ। ਹੁਣ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਚੋਜੀ ਪ੍ਰੀਤਮ ਕਹਿੰਦੇ ਆ, ਤੇ ਜਿਹੜੀ ਘਟਨਾ ਦਾ ਮੈਂ ਆਪ ਜੀ ਨਾਲ ਜ਼ਿਕਰ ਕਰਨ ਲੱਗਾ ਹੈ ਨਾ ਸੰਗਤ ਜੀ, ਮਹਾਰਾਜ ਤੁਰੇ ਜਾ ਰਹੇ ਨੇ ਤੇ ਤੁਰਦਿਆਂ ਤੁਰਦਿਆਂ ਗੁਰਦੇਵ ਪਿਤਾ ਨੇ ਇੱਕ ਦਰਿਆ ਦੇ ਕਿਨਾਰੇ ਤੋਂ ਪੱਥਰ ਫੜਿਆ ਤੇ ਉਸ ਪੱਥਰ ਨੂੰ ਆਪਣੇ ਹੱਥ ਤੇ ਚੁੱਕਿਆ। ਇਤਿਹਾਸਕਾਰ ਲਿਖਦੇ ਨੇ ਵੀ ਕਦੇ ਪਾਤਸ਼ਾਹ ਉਸ ਪੱਥਰ ਨੂੰ ਸੱਜੇ ਹੱਥ ਤੇ ਸੁੱਟਦੇ ਨੇ, ਕਦੇ ਉਸ ਨੂੰ ਸੱਜੇ ਹੱਥ ਨਾਲ ਹੁਲਾਰਾ ਦਿੰਦੇ ਨੇ ਤੇ ਖੱਬੇ ਹੱਥ ਤੇ ਸੁੱਟ ਲੈਂਦੇ ਨੇ। ਇਦਾਂ ਕਰਦਿਆਂ ਕਰਦਿਆਂ ਸਾਹਿਬ ਨੇ ਇੱਕ ਵਾਰ ਇਦਾਂ ਕੀਤਾ ਵੀ ਸੱਜੇ ਹੱਥ ਨਾਲ ਪੱਥਰ ਉਛਾਲਿਆ ਅਸਮਾਨ ਵਿੱਚ, ਹਵਾ ਵਿੱਚ, ਤੇ ਪਹਿਲਾਂ ਤਾਂ ਖੱਬੇ ਹੱਥ ਨਾਲ ਫੜ ਲੈਂਦੇ ਸੀ, ਪਰ ਐਤਕੀ ਨਹੀਂ ਫੜਿਆ। ਮਹਾਰਾਜ ਨੇ ਹੱਥ ਪਾਸੇ ਕਰ ਦਿੱਤਾ ਤੇ ਉਹ ਪੱਥਰ ਜ਼ਮੀਨ ਤੇ ਡਿੱਗਾ ਹੀ ਨਹੀਂ, ਰਿੜਦਾ ਉਹ ਪੱਥਰ ਪਾਣੀ ਵਿੱਚ ਚਲਿਆ ਗਿਆ। ਹੱਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖ ਜੀ ਦੱਸੋਗੇ ਪੱਥਰ ਡੁੱਬਾ ਕਿਉਂ? ਸਵਾਲ ਕੀਤਾ ਨਾ ਗੁਰਦੇਵ ਪਿਤਾ ਨੇ। ਬਾਣੀ ਅੱਜ ਵੀ ਸਾਡੇ ਤੇ ਸਵਾਲ ਕਰਦੀ ਹੈ। ਇਹ ਗੁਰਬਾਣੀ, ਇਹ ਇਤਿਹਾਸ, ਇਹ ਸਵਾਲ ਜਵਾਬ ਸਾਡੇ ਜੀਵਨ ਨੂੰ ਘੜਨ ਵਾਸਤੇ ਨੇ ਪਿਆਰ ਵਾਲਿਓ। ਘੜੀਏ ਸ਼ਬਦ ਸੱਚੀ ਟਕਸਾਲ, ਘੜੀਏ ਆਪਣੇ ਜੀਵਨ ਨੂੰ ਆਪਾਂ ਵੀ। ਹੁਣ ਹਜ਼ੂਰ ਨੇ ਨਾਲ ਚੱਲ ਰਹੀ ਸੰਗਤ ਤੇ ਸਿੱਖਾਂ ਤੇ ਇੱਕ ਬੜਾ ਪਿਆਰਾ ਸਵਾਲ ਕੀਤਾ। ਕਹਿਣ ਲੱਗੇ, ਪਾਤਸ਼ਾਹ ਸਿੱਖ ਜੀ ਦੱਸੋਗੇ ਪੱਥਰ ਡੁੱਬ ਕਿਉਂ ਗਿਆ? ਹੁਣ ਸਾਨੂੰ ਵੀ ਮਹਾਰਾਜ ਪੁੱਛ ਰਹੇ ਨੇ ਵੀ ਕਿਉਂ ਡੁੱਬਾ ਪੱਥਰ, ਸਾਡੇ ਚੋਂ ਕੌਣ ਦੱਸੇਗਾ ਜੀ? ਜਿਹਨੂੰ ਪਤਾ ਹੋਵੇਗਾ, ਗਿਆਨ ਹੋਵੇਗਾ, ਸਮਝ ਹੋਵੇਗੀ ਗੁਰਮਤਿ ਮੁਤਾਬਕ, ਕੋਈ ਜਵਾਬ ਦੇ ਸਕਦਾ ਹੈ ਨਾ। ਹੁਣ ਗੁਰੂ ਸਾਹਿਬ ਨੇ ਜਦੋਂ ਪੁੱਛਿਆ ਵੀ ਇਹ ਪੱਥਰ ਡੁੱਬਾ ਕਿਉਂ, ਜਿੰਨੀ ਕਿਸੇ ਦੀ ਸਮਝ ਸੀ, ਕਈ ਮੇਰੇ ਵਰਗੇ, ਕਿਸੇ ਨੇ ਕਿਹਾ ਮਹਾਰਾਜ ਭਾਰਾ ਸੀ ਤਾਂ ਡੁੱਬ ਗਿਆ, ਕਿਸੇ ਨੇ ਕਿਹਾ ਪਾਤਸ਼ਾਹ ਤਿਲਕਣਾ ਸੀ, ਤਿਲਕਿਆ ਤਾਂ ਤੁਹਾਡੇ ਹੱਥੋਂ ਡੁੱਬ ਗਿਆ, ਡਿੱਗ ਕੇ ਡੁੱਬ ਗਿਆ। ਜਦੋਂ ਪੁੱਛਿਆ ਭਾਈ ਦਇਆ ਸਿੰਘ ਤੋਂ ਲਾਗੇ ਤੁਰੇ ਆ ਰਹੇ ਸਨ, ਭਾਈ ਦਇਆ ਰਾਮ ਗੁਰੂ ਕੇ ਲਾਲ, ਵੀ ਭਾਈ ਸਾਹਿਬ ਤੁਸੀਂ ਦੱਸੋ ਇਹ ਪੱਥਰ ਡੁੱਬਾ ਕਿਉਂ? ਤਾਂ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਭਾਈ ਦਇਆ ਰਾਮ ਦੇ, ਭਾਈ ਦਇਆ ਸਿੰਘ ਜਿਹੜੇ ਬਾਅਦ ਵਿੱਚ ਸੱਜੇ ਗੁਰੂ ਕੇ ਲਾਲ ਨਾਲ ਚੱਲਦੇ ਸਨ ਲੰਮੇ ਸਮੇਂ ਤੋਂ, ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਮੈਂ ਇਹ ਨਹੀਂ ਕਹਾਂਗਾ ਵੀ ਇਹ ਪੱਥਰ ਭਾਰਾ ਸੀ ਤਾਂ ਡਿੱਗ ਕੇ ਡੁੱਬ ਗਿਆ, ਨਾ ਮੈਂ ਇਹ ਕਹਾਂਗਾ ਇਹ ਪੱਥਰ ਤਿਲਕ ਕੇ ਡਿੱਗ ਕੇ ਡੁੱਬ ਗਿਆ। ਮਹਾਰਾਜ ਮੈਂ ਗੱਲ ਪੱਥਰ ਦੀ ਨਹੀਂ, ਗੱਲ ਸਿੱਖ ਦੇ ਜੀਵਨ ਦੀ ਹੈ। ਹਜ਼ੂਰ ਜਿਹੜਾ ਤੁਹਾਡੀ ਨਜ਼ਰ ਵਿੱਚੋਂ ਅੱਜ ਡਿੱਗਾ ਉਹ ਅੱਜ ਵੀ ਡੁੱਬ ਗਿਆ, ਜਿਹੜਾ ਘੜੀ ਨੂੰ ਡਿੱਗਾ ਉਹ ਤੁਹਾਡੀ ਨਜ਼ਰ ਚੋਂ ਘੜੀ ਨੂੰ ਵੀ ਡੁੱਬ ਗਿਆ। ਸਿੱਖ ਜਿਉਂਦਾ ਹੀ ਉਨੀ ਦੇਰ ਹੈ ਜਿੰਨਾ ਚਿਰ ਤੁਹਾਡੀ ਨਜ਼ਰ ਦੇ ਵਿੱਚ ਹੈ। ਬੋਲੋ ਸਤਨਾਮ ਸ਼੍ਰੀ। ਤੇ ਬਾਣੀ ਕੀ ਕਹਿੰਦੀ ਹੈ? ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਾਡੇ ਕੋਲ ਮਤ ਨਹੀਂ ਹੈਗੀ ਇੰਨੀ ਵੱਡੀ। ਆਓ ਆਪਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਸਾਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮੇਰਿਓ ਪਾਵੋ, ਡੁੱਬਦੇ ਪੱਥਰ ਤਾਰੇ। ਗੁਰੂ ਜੀਵਨ ਦੇ ਬੇੜਿਆਂ ਨੂੰ, ਜ਼ਿੰਦਗੀ ਦੇ ਜਿਹੜੇ ਪੱਥਰਾਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਨੇ ਲੋਕ, ਇਹਨਾਂ ਨੂੰ ਫੁੱਲਾਂ ਵਾਂਗ ਹਲਕੀ ਕਰ ਦਿੰਦਾ ਹੈ ਪਿਆਰ ਵਾਲੇ। ਫੁੱਲਾਂ ਵਾਂਗ ਹੌਲਾ ਜੀਵਨ ਗੁਰੂ ਦਿੰਦਾ ਹੈ। ਦੁਨੀਆ ਦੇ ਵਿੱਚੋਂ ਜੀਵਨ ਭਾਰਾ ਹੁੰਦਾ ਹੈ ਪੱਥਰ ਵਾਂਗ, ਪਰ ਗੁਰੂ ਫੁੱਲਾਂ ਵਾਂਗ ਇਹਨੂੰ ਹਲਕਾ ਕਰ ਦਿੰਦਾ ਹੈ ਪਿਆਰ ਵਾਲੇ। ਗੱਲ ਵਿਸ਼ਵਾਸ ਦੀ ਆਪਾਂ ਕਰ ਰਹੇ ਹਾਂ। ਨਵੀਂ ਸੰਗਤ ਆ ਰਹੀ ਹੈ, ਮੈਂ ਇੱਕ ਵਾਰ ਫੇਰ ਸ਼ਬਦ ਅਰਦਾਸੀਏ ਦੇ ਦੁਹਰਾ ਦੇਵਾਂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਕੇ ਇਸ਼ਨਾਨ। ਫਿਰ ਅਗਲਾ ਬਚਨ ਹੈ ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਨਿਗਾਹ ਮਾਰ ਕੇ ਵੇਖਿਓ ਅੱਜ ਸਿੱਖੀ ਦੇ ਝੰਡਾ ਬਰਦਾਰ ਕਿੰਨੇ ਕੁ ਸਾਡੇ ਚੋਂ ਲੱਭਦੇ ਨੇ। ਬਹੁਤ ਘੱਟ ਨੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਰਹਿਣ ਵਾਲੇ ਕੋਈ ਗੁਰਮੁਖ ਪਿਆਰੇ ਆਪ ਜੀ ਵਾਂਗ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਝੰਡਾ ਬਰਦਾਰ ਬਣ ਕੇ ਮਾਣ ਮਹਿਸੂਸ ਕਰਦੇ ਹੋਣ, ਜਿਹੜੇ ਦਸ਼ਮੇਸ਼ ਪਿਤਾ ਜੀ ਦੀਆਂ
महान सिੱਖੀ ਦੀਆਂ ਦਾਤਾਂ ਤੇ ਮਾਣ ਕਰਕੇ ਕਹਿੰਦੇ ਹੋਣ ਪਾਤਸ਼ਾਹ तेरे पंथ दे मैंबर हाँ, क्योंकि तुसां ने कहा सी पंथ वसे मैं उजड़ा मन चाओ कनेरा। मैं उदन भी बेनती की सी पिछले दीवान विच भी घट्टो घट्ट परिवारक जीवन बतीत करदियां, समाजिक जीवन बतीत करदियां, राजनीतिक जीवन बतीत करदियां ना नाल सानू अपने अंदर ये भी मान रखना चाहिए असीं पंथक भी हाँ। अज साडियां परिवारां विच साडे समाज विच बहुत सारे घट नौजवान ने जिन्हां नूं पंथक मुद्दों के बारे पता होवे। पंथक मुद्दे साडे की ने? श्री गुरु ग्रंथ साहिब महाराज जी की बेअदबी का इंसाफ लेना है। साडा पंथक मुद्दा है असीं सिख रहत मर्यादा के धारनी बनना है। साडे बंदी सिंघां दी रिहाई का मसला है, पंथक मुद्दा है प्यार वालिओ। साडे शहरां गुरद्वारियां गुरधामां दी महानता वधनी चाहिए है, साडा पंथक मसला है। अज पंथक तौर पर सोच रखने वाले नौजवान बहुत घट मिलणगे। मैं अर्ज कर दिया साडे चों बहुत घट इदां दी गिणती वाले ने जिन्हां नूं पता भाई जगतार सिंह हवारे बारे पवे, जिन्हां नूं पता वड्डे वड्डे साडे कौमी जिहड़े इंटरनैशनल पद्धर ते कौमांतरी मसले ने उन्हां दे बारे पता होवे भी साडी साजिश दे तहत गिणती घटाई जा रही है, सानू कसिहारे बनाया जा रहा है, सानू गुलामी वाले पासे नूं धक्या जा रहा है। क्योंकि गुरबाणी नूं बार बार बेपत करना, बेअदबी करनी साडे विचों गुरु दे प्रति विश्वास नूं सट मारी जा रही है। खैर इतिहास दे पन्नियां तो एक होर साखी दी सांझ पा लैने आपां। हरियाणे दे विच जे किते आप गए हो, किसी दी रिश्तेदारी होवे, कोई लंघिया होवे, एक इलाका पैंदा जी तमतान दा। इतिहास पढ़िए तो तमतान साहब के बारे लिखिया मिलता। इस तमतान साहब के स्थान ते 9वें पातशाह गुरु तेग बहादुर साहब जी बड़ी वार गए। हजूर जदों लम्मे लम्मे गुरमत सिੱਖੀ के प्रचार दौरे करते हैं तो हजूर इस स्थान तो कई बार आउंदियां जांदियां हो के गए। इत्थों का एक सिख है जी, चौंकियां झंडे बुंगे जुगो जुग अटल। इहदा इतिहास की है ਜਾਂ सिख की जिंदगी अंदर जो चढ़ती कला विश्वास गुरु के प्रति आ जाए तो याद रखियो फिर दुनिया किवें मान करती, सलामा करती है। हुण तमतान के स्थान ते एक सिख का नाम मिलता है, उहदा पहला नाम सी भाई रामदेव। पर भाई रामदेव इन्नी सेवा करता है, इन्ना भावना दे नाल, इन्नी भय भावनी नाल वो गुरु की कार सेवा करता है, पानी ढोण की सेवा करता है जी। इदां ही लिखिया मिलिया, जल तरौंकना होवे, जल छकाउणा होवे, संगत नूं लंगर विच वरताउणा होवे, ढोआ ढवाई जिन्नी जल दी हुंदी है ना, भाई रामदेव पिछा भौंके नहीं देखदा, लगातार जल ही ढोई जांदा। इन्ना जल ढोंदा है ਉਹਦੇ सिर तो इनू नहीं लैंदा। इनू शब्द का पता है ना, बजुर्गों को पुछो भी गोल जिहा एक कपड़ा करके सिर ते रखिया हुंदा है भी चुभे ना सिर ते भारी चीज़, उन्हों इनू कहा जाता। इनू नहीं लैंदा। गुरु तेग बहादुर साहब महाराज आए, सच्चे पातशाह ने इहदियां सेवावां देखियां ते दाते ने आप गल वकड़ी विच लिया, इहदे सिर तो इनू लाया जदों ते की देखिया हेठां जख्म होए पए सन। इन्नी सेवा की भाई रामदेव ने। खुश हो के गुरु तेग बहादुर साहब ने गल दा ला के खिताब दिता, कहन लगे तुसीं तां मींह वरसा दिता है जल दा, ते नां पै गया भाई मीआं। सुनियो जी, पहला नाम रामदेव है, गुरु दे घरों जिहड़ी बख्शिश होई नाम पै गया भाई मीआं। अज भी इतिहास विच उन्हां नूं याद किया जाता है। हुण भाई मीआं कल्ला खिताब नहीं दिता गुरु ने, सच्चे पातशाह ने अपने कोलों बाणी दी पोथी दिती है, गुरदेव पातशाह ने नगारा दिता है, गुरदेव पिता जी ने एक झंडा दिता है, सच्चे पातशाह ने अपने कोलों एक बैल दिता है जी। जिवें आपां गड्डियां ते सफ़र करदे उदों ये साधन हुंदे सन, ऊठ घोड़े बैल गड्डे, हजूर ने एक बैल दिता। इन्नियां दातां दे के महाराज ने नाल बचन कीता, भाई मियां नूं कहण लगे हुण तुसीं सेवा ये नहीं करनी जल्दी, हुण तुसां ने गुरमत सिੱਖੀ दा प्रचार करना है। इन्ना प्रचार करो धुआं धार भी गुरु नानक दे जय जयकार हो जाए दुनिया दे विच। लखनऊ दे एरिए दे विच भाई मीए ने फिर डट के सिੱਖੀ दा प्रचार किया जी।
ਜਦੋਂ ਉਹ ਜਾਂਦੇ ਸਨ ਨਾ ਪਿੰਡਾਂ ਦੇ ਵਿੱਚ ਤੇ ਅੱਗੇ ਅੱਗੇ ਝੰਡਾ ਝੂਲਦਾ ਜਾਣਾ, ਸਿੱਖ ਸੰਗਤਾਂ ਨਾਲ ਹੁੰਦੀਆਂ ਸਨ, ਫਿਰ ਨਗਾਰਾ ਵੱਜਦਾ ਜਾਣਾ, ਫਿਰ ਪਿੱਛੇ ਭਾਈ ਮੀਆਂ ਜੀ ਨੇ ਪਹੁੰਚ ਜਾਣਾ, ਫਿਰ ਗੁਰਮਤ ਸਿੱਖੀ ਦਾ ਉਹਨਾਂ ਨੇ ਪ੍ਰਚਾਰ ਕਰਨਾ। ਹੁਣ ਦੇਖਿਓ ਖੇਡ ਕੀ ਵਾਪਰੀ। 10ਵੇਂ ਪਾਤਸ਼ਾਹ ਦਾ ਸਮਾਂ ਆ ਗਿਆ। ਗੁਰੂ ਕਲਗੀਧਰ ਪਾਤਸ਼ਾਹ ਨੇ ਮਸੰਦ ਪ੍ਰਥਾ ਨੂੰ ਖਤਮ ਕਰਨ ਦਾ ਪ੍ਰਣ ਕਰ ਦਿੱਤਾ। ਸਾਹਿਬ ਨੇ ਮਸੰਦਾਂ ਨੂੰ ਕੜਾਏ ਜਿਹੜੇ ਤੇਲ ਦੇ ਸੀ ਉਹਨਾਂ ਦੇ ਵਿੱਚ ਪਾ ਪਾ ਕੇ ਸਾੜਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਹੁਣ ਗੁਰੂ ਗੋਬਿੰਦ ਸਿੰਘ ਨੇ ਤਾਂ ਇਹ ਫਰਜ਼ ਨਿਭਾ ਦਿੱਤਾ, ਪਰ ਅੱਜ ਜਿਹੜੀਆਂ ਸਾਡੀਆਂ ਗੋਲਕਾਂ ਨੂੰ ਚਿੰਬੜੇ ਹੋਏ ਪੁਜਾਰੀ ਨੇ, ਅੱਜ ਜਿਹੜੇ ਵੱਡੇ ਵੱਡੇ ਲੀਡਰ, ਵੱਡੇ ਵੱਡੇ ਪ੍ਰਬੰਧਕ ਬਣ ਕੇ ਦਾਅਵੇਦਾਰ, ਜਿਹੜੇ ਚਿੜੀ ਨਹੀਂ ਫਰਕਣ ਦਿੰਦੇ, ਸਾਡੇ ਵੱਡੇ ਇਤਿਹਾਸਕ ਸਥਾਨਾਂ ਤੇ ਮਨਮਰਜ਼ੀਆਂ ਕਰਦੇ ਨੇ, ਇਹਨਾਂ ਦੇ ਬਾਰੇ ਕਦੋਂ ਸੋਚਾਂਗੇ ਸੰਗਤ ਜੀ? ਬਹੁਤੇ ਅਸੀਂ ਵੀ ਕਸੂਰਵਾਰ ਹਾਂ। ਕਿਉਂ? ਜੇ ਕਿਸੇ ਨੂੰ ਕਹੋ ਨਾ ਵੀ ਗਰੀਬ ਦੀ ਮਦਦ ਕਰ ਦਿਓ ਆਪਣੇ ਇਲਾਕੇ 'ਚ, ਕਿਸੇ ਦਾ ਇਲਾਜ, ਅੱਜ ਸਾਡਾ ਮਾਝਾ ਬੈਲਟ ਸਾਰੀ ਈਸਾਈਅਤ ਤੋਂ ਪ੍ਰਭਾਵਿਤ ਹੁੰਦੀ ਜਾ ਰਹੀ ਹੈ। ਕਿੰਨਾ ਵੱਡਾ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਈਸਾਈਆਂ ਨੇ, ਕਿਹਦੇ ਸਿਰ ਤੇ ਉਹਨਾਂ ਨੇ ਡੀਂਗਾਂ ਮਾਰੀਆਂ? ਇੱਕ ਦਵਾਈ ਤੇ ਪੜ੍ਹਾਈ ਦੇ ਸਿਰ ਤੇ। ਇਹ ਗੁਰੂ ਨੇ ਸਾਨੂੰ ਪਰੰਪਰਾ ਦਿੱਤੀ, ਦਵਾਖਾਨੇ ਦਿੱਤੇ, ਵਿਦਿਆ ਦੇ ਸਥਾਨ ਦਿੱਤੇ, ਪਰ ਅੱਜ ਇਹਨਾਂ ਦੇ ਪਾਸਿਓਂ ਗੁਰੂ ਦੀ ਗੋਲਕ ਦਾ ਮੁਹਾਨ ਮੋੜ ਕੇ ਲੀਡਰਾਂ ਨੇ ਆਪਣੀਆਂ ਰੈਲੀਆਂ ਦੇ ਬਾਰੇ, ਆਪਣੇ ਸਿਆਸੀ ਖਰਚਿਆਂ ਦੇ ਬਾਰੇ ਸ਼ੁਰੂ ਕਰ ਦਿੱਤਾ। ਤੇ ਸੰਗਤ ਕਿਉਂ ਦੋਸ਼ੀ ਹੈ ਮੁਆਫ ਕਰਨਾ? ਸੰਗਤ ਨੂੰ ਜਦੋਂ ਕਿਸੇ ਨੂੰ ਬੇਨਤੀ ਕਰੀਦੀ ਹੈ, ਉਹ ਕਹਿੰਦੇ ਵੀ ਆਪਾਂ ਕੀ ਲੈਣਾ ਹੈ, ਆਪਾਂ ਤਾਂ ਚੜਾਵਾ ਹੀ ਦੇਣਾ ਹੈ ਨਾ, ਸਾਡਾ ਕੰਮ ਹੈ ਗੁਰੂ ਦੀ ਗੋਲਕ 'ਚ ਦੇਣਾ ਹੀ ਨਹੀਂ ਹੈ। ਜੇ ਸਾਡੀ ਹੱਕ ਦੀ ਕਮਾਈ, ਮਿਹਨਤ, ਦਸਵੰਧ ਦੀ ਮਾਇਆ ਦੀ ਕੋਈ ਦੁਰਵਰਤੋਂ ਕਰਦਾ ਹੈ, ਉੱਥੇ ਆਵਾਜ਼ ਉਠਾਉਣੀ ਵੀ ਇੱਕ ਸਿੱਖ ਦਾ ਫਰਜ਼ ਹੈ, ਯਾਦ ਰੱਖਿਓ। ਉਹਦੀ ਨਿਗਰਾਨੀ ਕਰਨੀ ਵੀ ਸਾਡਾ ਸੰਗਤਾਂ ਦਾ ਫਰਜ਼ ਬਣਦਾ ਹੈ। ਅਸੀਂ ਸੌਂ ਗਏ, ਅਸੀਂ ਅਵੇਸਲੇ ਹੋ ਗਏ, ਅਸੀਂ ਫਰਜ਼ਾਂ ਨੂੰ ਪਿੱਠ ਦੇ ਦਿੱਤੀ, ਅਗਲਿਆਂ ਨੇ ਸਾਡੇ ਧਰਮ ਸਥਾਨਾਂ ਤੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਖੈਰ, ਇਹ ਚਿੰਤਨ ਦਾ ਵਿਸ਼ਾ ਹੈ, ਸੋਚਣ ਦਾ ਵਿਸ਼ਾ ਹਰ ਸਿੱਖ ਦੇ ਵਾਸਤੇ। ਹੁਣ ਹਜ਼ੂਰ ਨੇ ਜਦੋਂ ਮਸੰਦ ਪ੍ਰਥਾ ਖਤਮ ਕਰ ਰਹੇ ਨੇ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੂਰ ਦੂਰ ਇਲਾਕਿਆਂ ਦੇ ਵਿੱਚੋਂ ਮਸੰਦਾਂ ਨੂੰ ਮਹਾਰਾਜ ਮੰਗਵਾ ਰਹੇ ਨੇ, ਸੱਦ ਰਹੇ ਨੇ, ਸਿੱਖਾਂ ਨੂੰ ਭੇਜਿਆ, ਸੁਨੇਹੇ ਦਿੱਤੇ, ਕਈ ਆ ਗਏ, ਕਈਆਂ ਨੂੰ ਲਿਆਂਦਾ ਗਿਆ। ਤੇ ਭਾਈ ਮੀਏ ਦੇ ਕੋਲ ਵੀ ਜਦੋਂ ਸਿੱਖਾਂ ਨੂੰ ਭੇਜਿਆ ਵੀ ਭਾਈ ਸਾਹਿਬ ਤੁਸੀਂ ਵੀ ਆਓ, ਨਹੀਂ ਆਏ, ਕਿਉਂਕਿ ਇਹ ਅਹੰਕਾਰ ਵਿੱਚ ਨਹੀਂ, ਗਰੂਰ ਮਾਣ ਵਿੱਚ ਨਹੀਂ ਆਏ, ਉਹ ਸਿੱਖੀ ਪਿਆਰ 'ਚ ਭਿੱਜੇ ਹੋਏ ਸਨ, ਗੁਰਮਤਿ ਦਾ ਪ੍ਰਚਾਰ ਲਗਾਤਾਰ ਕਰ ਰਹੇ ਸਨ, ਨਹੀਂ ਆਏ। ਸਿੱਖਾਂ ਨੇ ਆ ਕੇ ਫਿਰ ਸੁਨੇਹਾ ਦਿੱਤਾ, ਕਹਿਣ ਲੱਗੇ ਭਾਈ ਸਾਹਿਬ ਆਓ। ਫਿਰ ਭਾਈ ਮੀਆਂ ਜੀ ਤੁਰੇ ਨੇ ਜੀ ਅਨੰਦਪੁਰ ਸਾਹਿਬ ਨੂੰ। ਜਦੋਂ ਤੁਰੇ ਨੇ ਤੇ ਉਦਾਂ ਹੀ ਗੁਰੂ ਦਾ ਹੁਕਮ ਵਜਾਉਂਦੇ ਜਾ ਰਹੇ ਨੇ, ਅੱਗੇ ਅੱਗੇ ਝੰਡਾ ਝੂਲਦਾ ਜਾ ਰਿਹਾ ਹੈ, ਉਦੋਂ ਪਿੱਛੇ ਨਗਾਰਾ ਵੱਜਦਾ ਜਾ ਰਿਹਾ ਹੈ, ਪਿੱਛੇ ਭਾਈ ਸਾਹਿਬ ਸੰਗਤਾਂ ਦੇ ਕਾਫਲੇ ਦੇ ਨਾਲ ਬਾਣੀ ਦੀ ਗਾਉਂਦੇ, ਗੁਰੂ ਦਾ ਜਸ ਗਾਉਂਦੇ, ਸਿਮਰਨ ਕਰਦੇ ਉੱਚੀ ਉੱਚੀ ਜਾ ਰਹੇ ਨੇ। ਦੀਵਾਨ ਸੱਜਿਆ ਹੈ ਕਲਗੀਧਾਲੇ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੀਵਾਨ ਦੇ ਬਿਲਕੁਲ ਨਜ਼ਦੀਕ ਚਲੇ ਗਏ। ਜਦੋਂ ਉੱਚੀ ਉੱਚੀ ਆਵਾਜ਼ ਦੀਵਾਨ ਤੱਕ ਆਉਣ ਲੱਗ ਪਈ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲੰਦ ਆਵਾਜ਼ ਦੇ ਵਿੱਚ ਬੋਲ ਕੇ ਸੇਵਾਦਾਰ ਨੂੰ ਕਹਿੰਦੇ ਨੇ ਵੀ ਇਹ ਕਿਹੜਾ ਹੈ ਜਿਹੜਾ ਗੁਰੂ ਦੀ ਆਵਾਜ਼ ਦੇ ਵਿੱਚ ਵਿਘਨ ਪਾ ਰਿਹਾ? ਇੱਕ ਬੰਨੇ ਦੀਵਾਨ ਚੱਲ ਰਿਹਾ ਹੈ, ਇੱਕ ਬੰਨੇ ਕੌਣ ਇਹ ਆਵਾਜ਼ਾਂ ਦਿੰਦਾ ਆ ਰਿਹਾ ਹੈ? ਸਿੱਖ ਨੇ ਦੱਸਿਆ, ਕਹਿਣ ਲੱਗੇ ਪਾਤਸ਼ਾਹ ਪਤਾ ਕੀਤਾ, ਜਾਣਦੇ ਨੇ ਹਜ਼ੂਰ ਸਾਰਾ ਕੁਝ, ਪਰ ਖੇਡ ਮਹਾਰਾਜ ਇਤਿਹਾਸ ਰਚ ਰਹੇ ਨੇ। ਸਿੱਖ ਨੇ ਜਾ ਕੇ ਪਤਾ ਕਰਕੇ ਦੱਸਿਆ, ਮਹਾਰਾਜ ਇਹ ਤਾਂ ਭਾਈ ਮੀਆਂ ਹੈ। ਸੱਚੇ ਪਾਤਸ਼ਾਹ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਇਹਦੀਆਂ ਮੁਸ਼ਕਾਂ ਬੰਨੋ। ਮੁਸ਼ਕਾਂ ਬੰਨਣ ਦਾ ਮਤਲਬ ਪਤਾ ਕੀ ਹੁੰਦਾ ਹੈ? ਹੁਣ ਇਤਿਹਾਸ ਵਿੱਚ ਤਾਂ ਇਹ ਵੀ ਲਿਖਿਆ ਮਿਲਦਾ ਹੈ ਵੀ ਆਪਣੀ ਦਾੜੀ ਹੱਥ ਵਿੱਚ ਫੜ ਕੇ ਪੇਸ਼ ਹੋਣਾ। ਆਪਾਂ ਸਮਝ ਲੈਂਦੇ ਹਾਂ ਵੀ ਬਾਹਾਂ ਬੰਨ ਲਈਆਂ ਸ਼ਾਇਦ, ਪਰ ਨਹੀਂ, ਬਿਲਕੁਲ ਨੀਵੇਂ ਹੋ ਕੇ ਜਾਣਾ। ਗੁਰੂ ਨੇ ਕਿਹਾ ਮੁਸ਼ਕਾਂ ਬੰਨੋ। ਭਾਈ ਮੀਆਂ ਜੀ ਆਪ ਆਪਣੀ ਹੱਥ ਵਿੱਚ ਦਾੜਾ ਫੜ ਕੇ ਗੁਰੂ ਦੇ ਅੱਗੇ ਪੇਸ਼ ਹੋਏ, ਕਹਿਣ ਲੱਗੇ ਦਾਤਾ ਮਹਾਰਾਜ ਨੇ, ਮੈਂ ਆਪ ਜੀ ਦੇ ਸਨਮੁਖ ਆ ਗਿਆ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਕੀ ਅਧਿਕਾਰ ਹੈ? ਤੁਸੀਂ ਝੰਡਾ ਲੈ ਕੇ ਨਗਾਰਾ ਵਜਾਉਂਦੇ ਵਜਾਉਂਦੇ ਉੱਚੀ ਉੱਚੀ ਆਵਾਜ਼ਾਂ ਦੇਂਦੇ ਗੁਰੂ ਘਰ ਤੱਕ ਪਹੁੰਚ ਗਏ ਹੋ। ਤੇ ਪਤਾ ਜਵਾਬ ਕੀ ਦਿੱਤਾ ਪਿਆਰ ਵਾਲਿਓ ਭਾਈ ਮੀਏ ਨੇ? ਇਹ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ। ਕਹਿਣ ਲੱਗਾ ਦਾਤਿਆ ਇੱਥੇ ਵੀ ਤੂੰ ਹੀ ਬੋਲਦੇ ਹੋ, ਉੱਥੇ ਵੀ ਤੂੰ ਹੀ ਬੋਲਦੇ ਹੋ, ਮੈਂ ਵੀ ਤੁਹਾਡਾ, ਝੰਡਾ ਵੀ ਤੁਹਾਡਾ, ਨਗਾਰਾ ਵੀ ਤੁਹਾਡਾ, ਆਵਾਜ਼ਾਂ ਵੀ ਤੁਹਾਡਾ, ਮੇਰਾ ਇਹਦੇ ਵਿੱਚ ਕੁਝ ਵੀ ਨਹੀਂ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ,
जो किश है सो तेरा, तेरा तुझको सौंपते, क्या लागे मेरा। कबीर साहब ने ये गल कही है भी इदां दी भावना अंदर होवे। हुण एक बचन भगत जी ने इत्थे होर किहा है, नौजवानों नूं कदे देखना ग्राउंडां दे विच खेडण वालियां नूं छोटी जी बॉल तैयार करदे ने, खिद्दो नूं किहा जांदा सी। हुण तां बॉल बाजार चों लै आई जांदी है, मार्केट चों रेडीमेड, पर खिद्दो बना के कपड़ियां दा एक बॉल बना के खेडदे सन नौजवान पुराने समय तो, ते ਉਹਨੂੰ ठुड मारने जी सज्जियों खब्बियों इधरों उधरों चफेरियों ठुड वजदे रहने। भगत जी ने उस बॉल वाल वेख के दुनिया नूं एक उपदेश दिता, कहन लगे दुनिया वालिओ जे अपने मुरशद नूं समर्पित होना है ना, जे अपने मालिक नूं समर्पण भावना रखनी है तो इस बॉल वर्गी हालत बना लो। किन्ने ठुड वजदे ने सवेर तो लैके शाम तक, बॉल एक बार भी अगों बोल के नहीं कहिंदी, हालांकि निर्जिंद चीज़ है, निर्जीव है, पर उपदेश दिता। कहने लगे एक बार भी उन्हें अगों गिला नहीं किया कि मेरे ते इन्ने ठुड वज रहे ने, क्योंकि उसकी समर्पण भावना है। कबीर जो तो साध परम की, शीस काट कर गोए, खेलत खेलत हाल कर, जो किश होए तां होए। कहते जो हो रहा है गुरु की रजा विच हो रहा है। हुण भाई मीए ने जवाब दिता, कहन लगा दातिया मैं भी तुहाडा, झंडा भी तुहाडा, निगारा भी तुहाडा, शब्द भी तुहाडा, तुसीं मैनूं देण वाले हो। जदों देण वाले भी इतिहास विच लिखिआ, कहंदे गुरु ने कहा सिखां नूं खोह लओ, इहदे तों झंडा भी खोलिया, निगारा भी खोलिया। महाराज दे अगे हत्थ जोड़ के कहंदा दातिया लैण वाले भी तुसीं, देण वाले भी तुसीं, मेरा इहदे विच की है। बोलो सतनाम श्री। आ भावना अंदर प्यारे होनी चाहिए है, जिहड़ी अज साडे बहुते चंगे कारजां दे विच वखरेवें दिसदे ने। हर बंदा अपनी दावेदारी मुआफ करना, आप जी की गल नहीं कर रहा, आम करके देखो दावेदारियां दिखाईयां जांदियां ने भी मेरी क्यों नहीं सुनी गई, मेरी पुछ क्यों नहीं हैगी, मैं भी कुछ अखवाउंदा हाँ। ये तो गुरु की वडियाई है जी। गुरु ने जिन्हों मान देना होवे ना, कई बार संगत के पिछले बन्ने बंदा बैठा होवे ना, ते संगत विच उहनूं आवाज़ दे के उत्थों बुला के मान दे दिता जाता है। तो बहुत ही बार इदां हुंदा है, बंदा अगे अगे दावेदारी पेश करता फिरे, पर संगत ते गुरु की नज़र दे विच उन्ना ही हौला पै जांदा है, उहदी वारी गुरु नहीं लगन दिंदा। गुरु किरपा करे। सतगुरु पातशाह ने सानू यही बचन दिता है, हम भीखक पेखारी तेरे। पढ़ियो जी सारे। तू निज पत है दाता, हो दयाल, नाम देहो मंगत जन को, सदा रहूं रंग राता। गुरु साहब की कह रहे ने, तुद बिन दूजा नाही कोए, तू करतार करे सोए। हुक्मनामा भावने सरवण किया, परिवार बैठे ने वख वख, बड़ी शरधा नाल तुसीं महापुरखों के स्थान ते हाज़री भरी है जी, सेवा की है, पाठ करवाया है। गुरु सवारे हुक्मनामा महाराज ने की बख्शिश किया है। तलंग महला पहला, एहो तन माया पाया प्यारे, लीतड़ा लब रंगाए। कहन लगे दाता हे परमात्मा, साडे कोल इदां दा कोई वस्त्र पहरावा नहीं है, ये जिहड़ा तन दा चोला है ना, ये तां वकारां नाल लिबड़िया होया है। एहो तन माया पाया प्यारे, लीतड़ा लब रंगाए। कोई रखना नहीं हैगा जीवन च। हे परमात्मा गुरु, कोई इदां दी जगह नहीं हैगी जिथे तुहाडी बंदगी बोलदी होवे, तुहाडा प्यार दिखाई देंदा होवे, क्योंकि मेरा तां जीवन खुद गर्जी नाल भरिया पिया। साडे बारे कह रहे ने महाराज, वकारां नाल लिबड़िया होया ये धन दा चोला है। लीतड़ा लब रंगाए, मेरे कंत ना पावे चोलड़ा प्यारे, क्यों धन सेजे जाए। ये रब नूं शरीर दा चोला किवें प्रवान हो जावे। गुरु नानक साहब कहन लगे, कंत दी सेज इत्थे नहीं, कंत दा अर्थ है परमात्मा। परमात्मा दी नज़र च किवें असीं पूरे हो सकते हैं। मेरे कंत ना पावे चोलड़ा प्यारे, क्यों तन सेजे जाए हों कुर्बाने। एक तरीका है, अपने आप नूं गुरु तो कुर्बान करना शुरू कर दिए, गुरु तो वारने शुरू कर दिए।
ਸਤਿਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ। ਆਪਣੇ ਆਪ ਨੂੰ ਗੁਰੂ ਤੋਂ ਬਲਹਾਰ ਕਰੀਏ ਵੀ ਗੁਰੂ ਤੇਰੇ ਵਰਗੀ ਸਾਂਝ ਦੁਨੀਆ 'ਚ ਕੋਈ ਹੈ ਸਾਂਝ। ਤਾਂ ਹੀ ਇੱਕ ਵਿਦਵਾਨ ਨੇ ਕਿਹਾ ਹੈ ਨਾ, ਪਿਤਾ ਮਿਲ ਜੇ ਗੁਰੂ ਗੋਬਿੰਦ ਸਿੰਘ ਵਰਗਾ, ਮਾਤਾ ਸਾਹਿਬ ਗੁਰ ਵਰਗੀ ਮਾਂ ਮਿਲ ਜੇ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜੇ। ਆਨੰਦਪੁਰ ਸਾਹਿਬ ਸਾਡਾ ਖਾਲਸੇ ਦਾ ਕੌਮੀ ਘਰ ਹੈ। ਤਖਤ ਕੇਸਗੜ੍ਹ ਸਾਹਿਬ ਤੋਂ ਸਾਡੀ ਸਿਰਜਣਾ ਹੋਈ ਹੈ। ਇੱਕ ਵਿਦਵਾਨ ਦੇ ਬੋਲ ਨੇ, ਤੂੰ ਕੀ ਜਾਣੇ ਭੋਲਿਆ ਸਿੱਖਾ, ਕਿਸ ਵਸਤੂ ਦਾ ਨਾਂ ਹੈ ਸਿੱਖੀ, ਪੁੱਛੋ ਬਾਬਾ ਦੀਪ ਸਿੰਘ ਤੋਂ, ਮਿਲਦੀ ਕਿਹੜੇ ਭਾ ਹੈ ਸਿੱਖੀ, ਕੇਸ ਗੜ ਦੇ ਸਿਰ ਕਟਵਾ ਕੇ, ਮਿਲਦੀ ਏ ਸਰਦਾਰਾ ਸਿੱਖੀ। ਇਹ ਸਿੱਖੀ ਬੜੀ ਮਹਿੰਗੀ ਹੈ ਪਿਆਰ ਵਾਲਿਓ। ਹਉ ਕੁਰਬਾਨੇ ਜਾਊਂ ਮਿਹਰਬਾਨਾ, ਹਉ ਕੁਰਬਾਨੇ ਜਾਊਂ। ਫਿਰ ਕੀ ਕਰਨਾ ਚਾਹੀਦਾ ਹੈ ਜੀ? ਗੁਰੂ ਕਹਿਣ ਲੱਗੇ ਜਿਹੜੇ ਗੁਣ ਗਾਉਂਦੇ ਨੇ ਨਾ ਰੱਬ ਦੇ, ਕੋਈ ਨਿਤਨੇਮੀ, ਕੋਈ ਸਿਮਰਨ ਵਾਲਾ, ਕੋਈ ਅੰਮ੍ਰਿਤ ਵੇਲੇ ਵਾਲਾ, ਕੋਈ ਬਾਣੀ ਦੇ ਜਾਪ ਵਾਲਾ, ਕੋਈ ਸੇਵਾ ਵਾਲਾ, ਕੋਈ ਰੰਗੀ ਹੋਈ ਰੱਬ ਦੀ ਰੂਹ ਜਿਹੜੀ ਹੈ ਨਾ, ਉਹਨੂੰ ਆਪਣੇ ਕੋਲ ਬਿਠਾਉਣਾ ਸ਼ੁਰੂ ਕਰਦੇ ਜਾਂ ਆਪ ਉਹਦੇ ਕੋਲ ਬਹਿਣਾ ਸ਼ੁਰੂ ਕਰਦੇ। ਬਹੁਤ ਘੱਟ ਹੈ ਜੀ ਇਦਾਂ। ਇੱਕ ਹੋਰ ਗੱਲ ਕਹਿ ਦਿਆਂ, ਅਖੀਰ ਤੇ ਫਤਿਹ ਬੁਲਾ ਦੇਣੀ ਹੈ ਮੈਂ। ਮਹਾਰਾਜ ਨੇ ਜਿਹੜਾ ਬਚਨ ਕਿਹਾ ਇਹਦੀ ਰੌਸ਼ਨੀ ਦੇ ਵਿੱਚ ਆਪਾਂ ਰਿਸ਼ਤੇਦਾਰੀਆਂ ਵਾਲਿਆਂ ਜੀ, ਮੈਂ ਵੀ ਤੁਹਾਡੇ ਨਾਲ, ਆਪਾਂ ਗ੍ਰਸਤੀ ਕਿਰਤੀ ਰਿਸ਼ਤੇਦਾਰੀਆਂ ਵਾਲੇ। ਅੱਜ ਇਹ ਟ੍ਰੈਂਡ ਬਣ ਗਿਆ, ਇਹ ਬੰਦੇ ਦੇ ਅੰਦਰ ਇਹ ਕੁਝ ਬੋਲਦਾ ਹੈ ਜੀ, ਦੋ ਭਰਾ ਹੋਣ ਨਾ ਰਿਸ਼ਤੇਦਾਰ, ਤੇ ਬੰਦਾ ਗੱਡੀ ਤਕੜੇ ਦੇ ਵੱਲ ਜਾ ਕੇ ਰੋਕਦਾ ਹੈ ਤੇ ਉੱਥੋਂ ਉਹਨੂੰ ਫੋਨ ਕਰਦਾ ਹੈ ਵੀ ਇੱਥੇ ਹੀ ਆ ਕੇ ਮਿਲ ਜਾ, ਮੇਰੇ ਕੋਲ ਸਮਾਂ ਨਹੀਂ ਹੈ। ਇਹ ਨਖਰਾ ਕਰਦਾ ਹੈ ਬੰਦਾ। ਕਿਉਂ ਜੇ ਮੈਂ ਦੂਜੇ ਗਰੀਬ ਵੱਲ ਚਲੇ ਗਿਆ ਨਾ, ਮਾਫ ਕਰਨਾ, ਕੋਈ ਗਰੀਬ ਨਾ ਹੋਵੇ, ਹਰ ਇੱਕ ਦਾ ਗੁਜ਼ਾਰਾ ਰੱਬ ਕਰਵਾ ਦਿੰਦਾ ਹੈ, ਪਰ ਬੰਦਾ ਇਹ ਸੋਚਦਾ ਵੀ ਜੇ ਮੈਂ ਉਹਦੇ ਵੱਲ ਚਲੇ ਗਿਆ ਤੇ ਮੇਰਾ ਖਬਰੇ ਨਿੱਕਾਪਣ ਦਿਸ ਪਵੇਗਾ। ਇਹ ਨਹੀਂ ਹੋਣਾ ਚਾਹੀਦਾ। ਮਹਾਰਾਜ ਨੇ ਕੀ ਕਿਹਾ, ਕਹਿਣ ਲੱਗੇ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਮ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜੇ ਰੱਬ ਜੀ ਤੇਰੇ ਨਾਲ ਜੁੜੇ ਨੇ, ਮੈਨੂੰ ਉਹਨਾਂ ਦੀ ਸੰਗਤ ਦੇ ਦੇ। ਤੇ ਆਓ ਗੁਰੂ ਕੀ ਕਹਿ ਰਹੇ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹ ਅਰਦਾਸ ਦੇ ਸ਼ਬਦ ਨੇ ਸਾਡੇ। ਉਹਨਾਂ ਦੀ ਸੰਗਤ ਦੇ ਮਾਲਕਾ ਜਿਨ੍ਹਾਂ ਨਾਲ ਜੁੜ ਕੇ ਤੇਰੇ ਘਰ ਦੀ ਲਾਗ ਸਾਨੂੰ ਲੱਗ ਜਾਵੇ। ਅਖੀਰ ਤੇ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦਾ ਹਾਂ। ਪੂਰਾ ਪ੍ਰਭ ਆਰਾਧਿਆ, ਪੜ੍ਹਿਓ ਜੀ ਸਾਰੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਗੁਰੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਸਾਡੇ ਜੀਵਨ ਦੇ ਅੰਦਰ ਪੂਰੇ ਗੁਰੂ ਦੇ ਪ੍ਰਤੀ ਵਿਸ਼ਵਾਸ ਪੈਦਾ ਹੋ ਜਾਵੇ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਰੀ ਸੰਗਤ ਨੂੰ ਜੀਓ ਆਇਆ। ਬਹੁਤ ਬਹੁਤ ਸਭਨਾਂ ਦਾ ਧੰਨਵਾਦ ਹੈ।